हाँ हाँ ਜ਼ਰੂਰ 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 ਮੁਲਾਕਾਤ ਹੋਏਗੀ ਯਾਰ। ਅਸਲ 'ਚ ਹੁਣ ਤੇ ਮੈਂ ਉਮਰੇ ਤੇ ਜਾ ਰਿਹਾ ਵਾਂ ਤੇ ਇਨਸ਼ਾਅੱਲਾ ਵਾਪਸੀ ਤੇ ਮੁਲਾਕਾਤ ਹੋਏਗੀ। ਉਮਰਾ ਬੜਾ ਅੱਛਾ ਪੈਕੇਜ ਹੈ, 5 ਸਟਾਰ ਪੈਕੇਜ ਲਿਆ। ਨਹੀਂ ਉੱਥੇ ਇਹ ਪ੍ਰੋਬਲਮ ਹੈ ਹੀ ਨਹੀਂ। ਅਲਹਮਦੁਲਿਲਾ ਤੈਨੂੰ ਪਤਾ ਹੈ ਕਿ ਮੇਰੇ ਉੱਚੇ ਲੈਵਲ ਦੇ ਤਾਲੁਕਾਤ ਹੁੰਦੇ ਨੇ, ਉੱਥੇ ਵੀ ਮੇਰੇ ਦੋਸਤ ਹਾਈ ਲੈਵਲ ਦੇ ਮੌਜੂਦ ਨੇ। ਇਨਸ਼ਾਅੱਲਾ ਗੱਡੀ ਲੈ ਕੇ ਖੜਾ ਹੋਏਗਾ, ਇਨਸ਼ਾਅੱਲਾ ਮੈਨੂੰ ਰਿਸੀਵ ਕਰੇਗਾ ਔਰ ਜ਼ਿਆਰਤਾਂ ਹਰ ਚੀਜ਼ ਉਹਨੇ ਆਲਾ ਹੋਟਲ ਹੈ। ਹਾਂਜੀ ਔਰ ਇਨਸ਼ਾਅੱਲਾ ਮੈਂ ਵਾਪਸ ਆਉਣਾ ਨਾ ਤੇ ਇਸ ਪ੍ਰੋਜੈਕਟ ਤੇ ਵਰਕ ਕਰਦੇ ਹਾਂ ਤੇ ਇਨਸ਼ਾਅੱਲਾ ਮੈਨੂੰ ਮੈਂ ਨਵਾਂ ਡੈਲੀਗੇਸ਼ਨ ਬੁਲਾ ਕੇ ਉਹਨਾਂ ਨਾਲ ਫਾਈਨਲ ਕਰ ਦੇਵਾਂਗੇ ਇਨਸ਼ਾਅੱਲਾ ਇਸ ਪ੍ਰੋਜੈਕਟ ਨੂੰ। ਜ਼ਰੂਰ ਜ਼ਰੂਰ, ਬਹੁਤ ਸ਼ੁਕਰੀਆ जी। अस्सलाम अल्लाह वालेकुम हाफिज, जी। अल्लाह हाफिज। हाँ जी, ਕੀ ਹਾਲ ਆ? ਸ਼ੁਕਰ ਕੰਮ ਸ਼ਮ ਅੱਲਾਹ ਠੀਕ ਆ ਤੇਰਾ ਅੱਜ ਕੱਲ? ਪਾਕ। ਬਸ ਇਦਾਂ ਹੀ ਆ, ਸ਼ੁਕਰ ਅੱਲਾਹ ਪਾਕ ਦਾ। ਤੁਸੀਂ ਸੁਣਾਓ ਭਾਜੀ, ਠੀਕ ਹੋ? ਹਾਂ ਠੀਕ ਹੈ ਫਰਹਾਨ, ਜ਼ਰਾ ਥੋੜਾ ਮੈਂ ਜਲਦੀ ਸੀ, ਜ਼ਰਾ ਗੱਲ ਕਰ ਲੋ ਤੇਰੀ। ਛੋਟੇ ਵੀਰ, ਮੈਂ ਨਾ ਤੇਰੇ ਕੋਲ ਥੋੜੀ ਜਿਹੀ ਹੈਲਪ ਲੈਣ ਆਇਆ। ਮੈਂ ਇਸ ਟਾਈਮ ਜ਼ਰਾ ਮੁਸ਼ਕਲ ਚ। ਮੁਸ਼ਕਿਲ? ਭਾਈਜਾਨ ਤੁਹਾਨੂੰ ਉਹ ਮੁਸ਼ਕਿਲ ਯਾਦ ਨਹੀਂ ਜਦੋਂ ਤੁਸੀਂ ਵੱਡੇ ਹੋ ਕੇ ਵਾਲਦ ਸਾਹਿਬ ਕੋਲੋਂ ਹਿੱਸਾ ਲੈਣ ਆਏ ਸੀ ਤੇ ਉਦੋਂ ਅਸੀਂ ਛੋਟੇ ਸਾਂ ਤੇ ਤੁਸੀਂ ਕਿਸ ਤਰ੍ਹਾਂ ਜ਼ਬਰਦਸਤੀ ਕਰਕੇ ਸਾਡੇ ਬਾਪ ਨਾਲ ਗੁੱਸੇ ਨਾਲ ਹਿੱਸਾ ਮੰਗਿਆ ਸੀ ਤੇ ਉਸ ਵਕਤ ਅਸੀਂ ਵੀ ਮੁਸ਼ਕਿਲ 'ਚ ਸੀ ਤੇ ਵਾਲਦ ਸਾਹਿਬ ਦੀ ਡੈਥ ਤੋਂ 1 ਸਾਲ ਬਾਅਦ ਤੁਸੀਂ ਮੈਨੂੰ ਨਜ਼ਰ ਆਏ ਤੇ ਸਾਡੀ ਮੁਸ਼ਕਿਲ ਕਿੰਨੇ ਵੇਖੀ ਸੀ। ਛੋਟੇ ਵੀਰ, ਕਹਿ ਤੇ ਤੂੰ ਠੀਕ ਰਿਹਾ ਹੈ, ਪਰ ਉਸ ਟਾਈਮ ਮੈਂ ਬੜਾ ਮਜਬੂਰ ਸੀ। ਮੇਰਾ ਐਕਸੀਡੈਂਟ ਹੋਇਆ ਸੀ, ਮੈਨੂੰ ਜ਼ਰੂਰਤ ਸੀ ਮੈਂ ਅੱਬਾ ਜੀ ਕੋਲ ਹਿੱਸਾ ਲੈ ਲਿਆ। ਪਰ ਤੁਸੀਂ ਕਿਹੜਾ ਮੇਰੇ ਨਾਲ ਚੰਗੀ ਕੀਤੀ? ਇੱਕ ਵਾਰੀ ਹਸਪਤਾਲ ਪਤਾ ਲੈਣ ਆਏ ਜਿਵੇਂ ਕੋਈ ਬਗਾਨੇ ਆਉਂਦੇ ਨੇ। ਉਸ ਤੋਂ ਬਾਅਦ ਤੁਸੀਂ ਵੀ ਮੈਨੂੰ ਨਹੀਂ ਪੁੱਛਿਆ। ਮੈਨੂੰ ਪਤਾ ਮੈਂ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਹੀ ਹਾਂ। ਇਹ ਸ਼ੁਕਰ ਕਰੋ ਭਾਈਜਾਨ ਕਿ ਮੈਂ ਇੱਕ ਵਾਰੀ ਮਿਲਣ ਆ ਗਿਆ। ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਕੀਤੀ ਸੀ, ਇੱਕ ਵਾਰੀ ਵੀ ਆਉਣ ਨੂੰ ਦਿਲ ਨਹੀਂ ਸੀ ਕਰਦਾ ਤੁਹਾਡੇ ਕੋਲ। ਹੁਣ ਮੈਂ ਥੋੜਾ ਜਿਹਾ ਬਿਜ਼ੀ ਹਾਂ, ਉਮਰੇ ਤੇ ਜਾਣ ਵਾਸਤੇ ਜਿਹੜੇ ਮਸਲੇ ਮਸਾਇਲ ਉਹ ਮੈਂ ਹੱਲ ਕਰਨੇ ਨੇ, ਕੁਛ ਮੈਨੂੰ ਕਾਰੋਬਾਰੀ ਮਸਰੂਫੀਆਤ ਵੀ ਨੇ। ਹਾਂਜੀ ਦੱਸੋ ਫਿਰ ਕੀ ਚਾਹੁੰਦੇ ਹੋ ਭਾਈਜਾਨ? ਛੋਟੇ ਵੀਰ, ਤੂੰ ਉਮਰੇ ਤੇ ਜਾ ਰਿਹਾ ਵਾ, ਅੱਲਾਹ ਪਾਕ ਕੋਲੋਂ ਮੇਰੇ ਲਈ ਵੀ ਦੁਆ ਕਰੀ। ਅੱਲਾਹ ਪਾਕ ਮੇਰੇ ਲਈ ਆਸਾਨੀਆਂ ਪੈਦਾ ਕਰੇ। ਤੇ ਵੀਰ ਗੱਲ ਇਹ ਆ, ਤੇਰੀ ਭਤੀਜੀ ਦਾ ਵਿਆਹ ਰੱਖਿਆ, ਵਿਆਹ ਦੇ ਦਿਨ ਲਾਗੇ ਆ ਰਹੇ ਨੇ। ਉਹਨਾਂ ਨੇ 200-300 ਬੰਦੇ ਦਾ ਕਿਹਾ, ਲੇਕਿਨ ਮੇਰੇ 'ਚ ਇੰਨੀ ਹਿੰਮਤ ਨਹੀਂ ਹੈ। ਮੈਂ ਤੇ 50 ਦਾ ਵੀ ਰੇਂਜ ਨਹੀਂ ਕਰ ਸਕਦਾ। ਮੈਂ ਕਿਹਾ ਚੱਲ ਕੇ ਛੋਟੇ ਭਰਾ ਦਾ ਬੂਹਾ ਖੜਕਾਣਾ ਤੇ ਮੇਰੀ ਕੋਈ ਮਦਦ ਕਰ ਯਾਰ, ਤੇਰੀ ਮਿਹਰਬਾਨੀ ਹੈ। ਠੀਕ ਹੈ ਭਾਈਜਾਨ, ਠੀਕ ਆ। ਮੈਂ ਸੁਣ ਲਈ ਤੁਹਾਡੀ ਸਾਰੀ ਗੱਲ, ਸੁਣ ਲਈ। ਮੈਂ ਸਮਝਦਾ, ਮੈਂ ਵੀ ਸਮਝਦਾ ਇਹਨਾਂ ਗੱਲਾਂ ਨੂੰ। ਮੇਰੀ ਭਤੀਜੀ ਆ, ਮੈਂ ਜੋ ਸਰਦਾ ਬਲਦਾ ਹੋਇਆ ਜ਼ਰੂਰ ਕਰਾਂਗਾ। ਹੁਣ ਮੈਨੂੰ ਜ਼ਰਾ ਜਲਦੀ ਹੈ, ਇੱਕ ਜ਼ਰੂਰੀ ਮੀਟਿੰਗ ਵੀ ਹੈ। ਉਸ ਦੋਸਤ ਨੂੰ ਮਿਲਣ ਜਾਣਾ, ਮਿਲ ਓਨਰ ਬੰਦਾ ਹੈ ਜਿਹੜਾ ਮੇਰਾ ਕੰਮ ਕਰਵਾ ਰਿਹਾ ਹੈ, ਮੈਂ ਉਹਨਾਂ ਕੋਲ ਪਹੁੰਚਣਾ ਹੈ। ਮੈਂ ਚੱਲਦਾ, ਜੋ ਹੋ ਸਕਿਆ ਮੈਂ ਜ਼ਰੂਰ ਕਰਾਂਗਾ। ਠੀਕ ਹੈ, ਰੱਬ ਰੱਖ। ਅੱਲਾ ਦੇ ਘਰ 'ਚ ਚੱਲਾ ਵਾ, ਮੈਂ ਇਹਨਾਂ ਕੋ ਹਿੱਸਾ ਲੈ ਕੇ ਜਿਹੜੀ ਕੋਈ ਗਲਤੀ ਕੀਤੀ ਆ, ਉਸ ਟਾਈਮ ਮਜਬੂਰ ਸੀਗਾ। ਗਰੀਬਾਂ ਦਾ ਵੀ ਅੱਲਾ ਹੀ ਮਾਲਕ ਆ। ਯਾ ਅੱਲਾ ਆਪਣਾ ਕਰਮ ਕਰੇ। ਉਹ ਜਨਾਬ ਕੀ ਹਾਲ ਆ? ਓਏ ਮੇਰਾ ਬੱਬਰ ਸ਼ੇਰ, ਜਨਾਬ ਸੈੱਟ। ਇਹ ਬਾਤ ਉਹ ਮੈਂ ਕਿਹਾ ਯਾਰ ਕਾਲ ਕੀਤੀ ਹੈ ਨਾ, ਮੈਂ ਵਾਕ ਕਰ ਰਿਹਾ ਸੀ, ਉਸ ਤਰ੍ਹਾਂ ਹੀ ਆ ਕੇ ਮੈਂ ਕਿਹਾ ਹੁਣ ਮੇਰਾ ਵੀਰ ਆ ਰਿਹਾ ਤੇ ਗੱਲ ਚਲੋ ਖਾਣਾ ਪੀਣਾ ਕੀ ਹੈ ਦੱਸ। ਕੁਛ ਨਹੀਂ ਖਾਣਾ ਪੀਣਾ, ਮੈਂ ਹੁਣ ਉਮਰੇ ਤੇ ਜਾਣਾ ਵਾਂ, ਮੈਂ ਕਿਹਾ ਆਪਣੇ ਯਾਰ ਨੂੰ ਮਿਲ ਕੇ ਜਾਵਾਂ, ਕੋਈ ਉਹਦੇ ਲਈ ਦੁਆ ਸ਼ਵਾ ਕਰਾਂ ਜਾ ਕੇ। ਕੀ ਬਾਤ ਹੈ ਤੇਰੀ। ਇਹ ਮੁਕੱਦਰਾਂ ਵਾਲੇ ਲੋਕ ਨੇ ਕਿ ਜਿਨ੍ਹਾਂ ਨੂੰ ਰੱਬ ਆਪਣੇ ਘਰ ਬੁਲਾਉਂਦਾ ਹੈ। ਰੱਬ ਦੇ ਉਹ ਪਸੰਦੀਦਾ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਸੋਹਣਾ ਆਪਣੇ ਦਰ ਤੇ ਬੁਲਾਉਂਦਾ ਹੈ। ਦੁਆ ਕਰੀ ਸਾਡੇ ਲਈ। ਪਰ ਇੱਕ ਮੈਨੂੰ ਗੱਲ ਦੀ ਸਮਝ ਨਹੀਂ ਆਈ, ਤੇਰੇ ਵੱਡੇ ਭਰਾ ਬਾਸ ਦੀ ਕਾਲ ਆਈ ਸੀ, ਉਹਨੇ ਤੇਰੇ ਰਵੱਈਏ ਬਾਰੇ ਗੱਲ ਕੀਤੀ। ਮੈਂ ਸੁਣਿਆ ਹੈ ਆਪਣੇ ਵੱਡਿਆਂ ਕੋ
ਆਪਣੇ ਉਲਮਾ ਇਕਰਾਮ ਕੋ ਕਿ ਰੱਬ ਤੌਫੀਕ ਦਿੰਦਾ ਤੇ ਫਰਜ਼ ਉਮਰਾ ਹਜ ਫਰਜ਼ ਉਦੋਂ ਹੈ ਜਦੋਂ ਤੇਰੇ ਕੋ ਮਾਲ ਹੈ ਜਾਂ ਉਹ ਸੋਨੇ ਦੀ ਮਨਜ਼ੂਰੀ ਹੈ। ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ, ਓਏ ਵੱਡੇ ਭਰਾ ਨੂੰ ਨਾਰਾਜ਼ ਕਰਕੇ ਤੇ ਰੱਬ ਨੂੰ ਮਨਾਉਣ ਜਾ ਰਹੇ ਹੈ। 5 ਸਟਾਰ ਪੈਕੇਜ ਲੈ ਲਿਆ ਤੂੰ, 7-8 ਲੱਖ ਰੁਪਇਆ ਲਾ ਰਿਹਾ ਤੇ ਉਸ ਗਰੀਬ ਭਰਾ ਦੀ ਬੇਟੀ ਦੀ ਸ਼ਾਦੀ ਹੈ ਤੇ ਉਹਦੇ ਬਾਰੇ ਤੈਨੂੰ ਸੋਚ ਹੀ ਨਹੀਂ ਆਈ। ਗੁੱਸਾ ਨਾ ਕਰੀ, ਮੈਂ ਤੁਹਾਡੇ ਭਰਾਵਾਂ 'ਚ ਆ ਤੇ ਨਹੀਂ ਸਕਦਾ, ਮਗਰ ਇਨਸਾਨੀਅਤ ਦੇ ਨਾਤੇ, ਦੋਸਤ ਹੋਣ ਦੇ ਨਾਤੇ ਤੈਨੂੰ ਇਹ ਗੱਲ ਸਮਝਾਣੀ ਚਾਹ ਰਿਹਾ ਕਿ ਹਜ ਉਮਰਾ ਬਹੁਤ ਜ਼ਰੂਰੀ ਹੈ। ਸਾਡੇ ਆਕਾ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੁन्नत ਵੀ ਹੈ, ਉਹਨਾਂ ਦਾ ਹੁਕਮ ਵੀ ਹੈ। ਪਰ ਰੱਬ ਉਹ ਕਬੂਲ ਕਰੇ ਨਾ ਕਰੇ ਉਸ ਰੱਬ ਦੀ ਮਰਜ਼ੀ। ਹਕੂਕੁਲ ਇਬਾਦ ਛੱਡ ਕੇ, ਇਹ ਨਹੀਂ ਨਾਉਜ਼ ਬਿल्ला ਮੇਰੇ ਕਹਿਣ ਦਾ ਮਕਸਦ ਕਿ ਤੇਰੇ ਕੋ ਪੈਸਾ ਹੈ ਤੇ ਤੂੰ ਉਹ ਛੱਡ ਦੇ ਤੇ ਆਪਣੀ ਭਤੀਜੀ ਵੱਲ ਦੇਖ, ਨਹੀਂ, ਇਹ ਕਤਲ ਨਹੀਂ ਹੈ, ਕਰ। ਮਗਰ ਹਕੂਕੁਲ ਇਬਾਦ ਦਾ ਸਵਾਲ ਰੱਬ ਨੇ ਵੀ ਨਹੀਂ ਮਾਫ ਕਰਨਾ ਕਿ ਕਿਸੇ ਬੰਦੇ ਦੇ ਖਾਦੇ, ਆਪਣੀ ਭਤੀਜੀ ਤੇਰੀ ਬੇਟੀ ਲੱਗਦੀ ਹੈ, ਉਹਦੀ ਸ਼ਾਦੀ ਕਰਨੀ ਤੇਰੇ ਲਈ ਮਕਬੂਲ ਹਜ ਤੇ ਉਮਰੇ ਦਾ ਸਵਾਬ ਹੈ। ਇਹ ਸਾਡੇ ਆਕਾ ਨੇ ਦੱਸਿਆ ਹੋਇਆ ਹੈ। ਗਰੀਬ ਦੀ ਮਦਦ ਕਰਦੀ ਹਜ ਉਮਰੇ ਦਾ ਵੀ ਸਵਾਬ ਮਿਲਦਾ ਹੈ। ਠੀਕ ਹੈ, ਉਹ ਤੇਰਾ ਭਰਾ ਅੱਜ ਗਰੀਬ ਹੈ, ਐਕਸੀਡੈਂਟ ਦਾ ਮਾਰਿਆ, ਗੁਰਬਤ ਦਾ ਮਾਰਿਆ ਹੋ ਗਿਆ, ਹਿੱਸਾ ਮੰਗ ਕੇ ਉਹਨੇ ਤੁਹਾਡੇ ਕੋ ਕੋਈ ਗਲਤੀ ਨਹੀਂ ਸੀ ਕੀਤੀ, ਆਪਣੇ ਬਾਪ ਕੋ ਆਪਣਾ ਹੱਕ ਲਿਆ ਸੀ। ਏਡਾ ਵੱਡਾ ਜ਼ੁਲਮ ਨਾ ਕਰ ਤੇ ਜਾਣ ਤੋਂ ਪਹਿਲੇ, ਰੱਬ ਨੂੰ ਮਨਾਉਣ ਤੋਂ ਪਹਿਲੇ ਆਪਣੇ ਭਰਾ ਵੱਡੇ ਨੂੰ ਮਨਾ ਲਾ, ਤੇਰੇ ਪਿਓ ਦੀ ਜਗ੍ਹਾ ਹੋਏ। ਯਾਰ ਦੀ ਸ਼ਾਨ, ਮੈਂ ਤੇਰੀਆਂ ਗੱਲਾਂ ਸਮਝ ਗਿਆ। ਮੈਂ ਬੜੀ ਵੱਡੀ ਗਲਤੀ ਕਰਨ ਲੱਗਾ ਸੀ, ਮੇਰੇ ਕੋ ਬੜੀ ਵੱਡੀ ਗਲਤੀ ਹੋ ਚੱਲੀ ਸੀ ਯਾਰ। ਮੈਂ ਆਪਣੀ ਦੌਲਤ ਦੇ ਕਮਾਂਡ 'ਚ ਅੱਲਾ ਨੂੰ ਯਾਦ ਕਰਨ ਚੱਲਾ ਸੀ ਤੇ ਤੂੰ ਬੜੇ ਸੋਹਣੇ ਤਰੀਕੇ ਨਾਲ ਮੇਰੇ ਦਿਲ 'ਚ ਗੱਲ ਪਾਤੀ ਹੋ ਯਾਰ। ਮੈਂ ਗਲਤੀ ਕਰਕੇ ਚੱਲਾ ਸੀ, ਮੈਂ ਇਹਨੂੰ ਸੁਧਾਰਾਂਗਾ, ਮੈਂ ਉਹਦੇ ਕੋਲ ਜਾਣਾ, ਕੀ ਬਾਤ ਹੈ। ਇੱਕ ਤੈਨੂੰ ਗੱਲ ਦੱਸਾਂ, ਹਾਲੇ ਤੇ ਤੂੰ ਜਾ ਕੇ ਕਰਨਾ ਹੈ, ਆਪਣੇ ਭਰਾ ਕੋ ਵੱਡੇ ਕੋ ਮਾਫੀ ਮੰਗੇਗਾ, ਤੇਰਾ ਰੱਬ ਨੇ ਇੱਥੇ ਹੀ ਕਬੂਲ ਕਰ ਲੈਣਾ ਹੈ। ਜਾ ਮੇਰੇ ਆ ਦੋਸਤਾ, ਪੈਸੇ ਦੇ ਘਮੰਡ ਨੂੰ ਛੱਡ ਕੇ ਆਪਣੇ ਭਰਾ ਨੂੰ ਮਨਾ ਕੇ ਤੇ ਫੇਰ ਜਾ। ਨਹੀਂ ਜਾਵਾਂਗਾ। ਹੈਲੋ, ਹਾਂ ਦੋਸਤ, ਕੀ ਹਾਲ ਆ? ਯਾਰ ਮੈਨੂੰ ਨਾ ਤੇਰੇ ਨਾਲ ਇੱਕ ਕੰਮ ਸੀਗਾ, ਪੈਸੇ ਚਾਹੀਦੇ ਥੋੜੇ ਜਿਹੇ ਯਾਰ। ਤੇਰੀ ਭਤੀਜੀ ਦਾ ਨਾ ਵਿਆਹ ਰੱਖਿਆ ਸੀਗਾ, ਦਿਨ ਲਾਗੇ ਆ ਗਏ ਆ ਤੇ ਮੈਂ ਬੜਾ ਪਰੇਸ਼ਾਨ ਆ। ਨਹੀਂ ਮੰਗਣੇ, ਸਿਰਫ ਰੱਬ ਕੋ ਮੰਗਣੇ, ਬੰਦਿਆਂ ਕੋ ਨਹੀਂ ਮੰਗਣੇ। तेरा भरा आ गया है, मेरे को कुछ उस दिन सख्त बोलिया गया, कुछ गलती हो गई भाईजान। मैं तुहाडे नाल वादा करता कि जे अल्लाह दी जात ने मेरे दिल च गल पाई है ते उमरे तो पहलों मैं अपनी भतीजी दा विआह आप करके जावांगा। मुंडे वाले नूं कह दो 300 नहीं 1000 बंदा कह दे उन्हां नूं भाईजान, 7 ਪਿੰਡਾਂ ਨੂੰ ਬੁਲਾਓ ਤਾਂ ਚਾਚਾ ਜ਼ਿੰਦਾ ਹੈ, ਉਹਦਾ ਭਰਾ, ਮੇਰਾ ਭਰਾ ਜ਼ਿੰਦਾ ਹੈ। ਅਸੀਂ ਰਲ ਮਿਲ ਕੇ ਉਹਨੂੰ ਟੋਰਾਂਗੇ, ਇੰਜ ਟੋਰਾਂਗੇ ਕਿ ਦੁਨੀਆ ਵੇਖੇਗੀ। ਓਏ ਛੋਟੇ ਮੇਰੇ ਵੀਰ। ਜੀ ਸੋਹਣਿਓ ਮਿੱਤਰੋ, ਬੇਲੀਓ ਤੇ ਵੇਖਣ ਵਾਲਿਓ, ਅੱਜ ਦੀ ਸਾਡੀ ਵੀਡੀਓ ਤੁਸੀਂ ਵੇਖੀਏ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਤੁਸੀਂ ਸਾਡੀਆਂ ਪਿਛਲੀਆਂ ਵੀਡੀਓਜ਼ ਦੇ ਉੱਤੇ ਸਾਡੀ ਹੌਸਲਾ ਅਫਜ਼ਾਈ ਕੀਤੀ ਹੈ, ਉਹਦੇ ਲਈ ਅਸੀਂ ਸ਼ੁਕਰਗੁਜ਼ਾਰ ਹਾਂ। ਤੇ ਇਸ ਵੀਡੀਓ ਨੂੰ ਵੀ ਤੁਹਾਡੇ ਲਈ ਹਾਜ਼ਰ ਖਿਦਮਤ ਹੈ
ਤੁਸੀਂ ਇਹਨੂੰ ਵੀ ਵਾਚ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਅਸੀਂ ਬਾ ਮਕਸਦ ਵੀਡੀਓਜ਼ ਦੇ ਰਹੇ ਹਾਂ ਜਿਹਦੇ ਵਿੱਚ ਕੋਈ ਸਬਕ ਹੋਵੇ। ਅੱਜ ਦੀ ਵੀਡੀਓ ਵੀ ਇੱਕ ਸਬਕ ਆਮੋਜ਼ ਵੀਡੀਓ ਸੀ ਕਿ ਅਗਰ ਸਾਡੀ ਇਸ ਵੀਡੀਓ ਦੇ ਬਾਅਦ ਕੋਈ ਦੋ ਭਰਾ ਆਪਸ ਮਿਲ ਜਾਣ ਤੇ ਸਾਡਾ ਮਕਸਦ ਹੱਲ ਹੋ ਗਿਆ। ਰੱਬ ਰੱਖਾ, ਖੁਦਾ।